ਬ੍ਰਾਹਮਣਾਂ ਦੀ ਪ੍ਰੀਖਿਆ ਲੈਣ ਤੋਂ ਬਾਅਦ ਫੱਗਣ ਵਿੱਚ ਹੋਲੇ ਦੇ ਮੇਲੇ ਉੱਤੇ ਬਹੁਤ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਅਤੇ ਭਾਂਤ-ਭਾਂਤ ਦੇ ਰਾਗ ਰੰਗ ਹੋਣ ਲੱਗੇ। ਕਿਤੇ ਗੁਰਬਾਣੀ ਦੇ ਪਾਠ ਕੀਰਤਨ ਤੇ ਪੁਰਾਣਾਂ ਦੀ ਕਥਾ ਹੋਣ ਲੱਗੀ ਅਤੇ ਕਿਤੇ ਕਵੀ ਜਨਾਂ ਦੇ ਕਵੀ ਦਰਬਾਰ ਲੱਗ ਗਏ। ਕਿਤੇ ਸੰਗਤਾਂ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਕਰਕੇ ਵੰਡ ਕੇ ਖਾ ਰਹੀਆਂ ਸਨ। ਕਿਸੇ ਪਾਸੇ ਲੁਹਾਰ ਸ਼ਸਤਰ ਤਿਆਰ ਕਰ ਰਹੇ ਸਨ। ਇਸ ਤਰ੍ਹਾਂ ਹਰ ਇੱਕ ਗੁਣੀ ਜਨ ਆਪੋ ਆਪਣੇ ਗੁਣ ਗੁਰੂ ਜੀ ਨੂੰ ਵਿਖਾ ਕੇ ਪ੍ਰਸੰਨ ਕਰ ਰਿਹਾ ਹੈ। ਇਸ ਤਰ੍ਹਾਂ ਸਭ ਨੇ ਮਿਲ ਕੇ ਫੱਗਣ ਦਾ ਮਹੀਨਾ ਬਤੀਤ ਕੀਤਾ, ਹੋਲੀ ਖੇਡ ਕੇ ਆਨੰਦ ਮਾਣਿਆ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਹੋਲੀਆਂ ਵਾਲੇ ਦਿਨ ਸਤਿਗੁਰੂ ਜੀ ਨੇ ਦਮਦਮੇ ਸਾਹਿਬ ਉੱਤੇ ਦੀਵਾਨ ਲਾ ਕੇ ਸਭ ਸੰਗਤਾਂ ਨੂੰ ਹੋਲੀ ਖੇਡਣ ਦੀ ਆਗਿਆ ਕੀਤੀ। ਹੋਲੀਆਂ ਤੋਂ ਪਿੱਛੋਂ ਵਿਸਾਖੀ ਦੇ ਮੇਲੇ ਉੱਤੇ ਆਈਆਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ ਹਿੰਦੂ ਤੇ ਤੁਰਕ ਉਹਨਾਂ ਨੂੰ ਵੇਖ ਕੇ ਉਹਨਾਂ ਦੀਆਂ ਨਕਲਾਂ ਲਾਉਂਦੇ ਅਤੇ ਮਖੌਲ ਕਰਦੇ ਹਨ। ਤਦ ਆਪ ਜੀ ਨੇ ਸਭ ਸੰਗਤਾਂ ਪ੍ਰਤੀ ਫਰਮਾਇਆ ਕਿ ਆਪਣੇ ਪਾਸ ਸ਼ਸਤਰ ਰੱਖਿਆ ਕਰੋ। ਸ਼ਸਤਰ ਵੇਖ ਕੇ ਤੁਹਾਨੂੰ ਮਖੌਲ ਕਰਨ ਦਾ ਕਿਸੇ ਦਾ ਹੀਆ ਨਹੀਂ ਪਵੇਗਾ, ਪਰ ਜੇ ਫੇਰ ਵੀ ਕੋਈ ਸ਼ਰਾਰਤ ਕਰੇ ਤਾਂ ਉਸ ਦਾ ਸ਼ਸਤਰਾਂ ਨਾਲ ਟਾਕਰਾ ਕਰੋ, ਗੁਰੂ ਤੁਹਾਡਾ ਸਹਾਈ ਹੋਵੇਗਾ, ਤੁਹਾਡੀ ਜਿੱਤ ਹੋਵੇਗੀ। ਸ਼ਸਤਰਾਂ ਦੀ ਬਹੁਤ ਮਹਿਮਾ ਹੈ, ਦੋਹਾਂ ਲੋਕਾਂ ਵਿੱਚ ਸੁੱਖ ਦੇਣ ਵਾਲਾ ਹੈ। ਇਸ ਲੋਕ ਵਿੱਚ ਵੈਰੀ ਨੂੰ ਜਿੱਤ ਕੇ ਪ੍ਰਿਥਵੀ ਦੇ ਭੋਗਾਂ ਦਾ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਵੈਰੀ ਨਾਲ ਯੁੱਧ ਕਰਕੇ ਜੇ ਮੌਤ ਆ ਜਾਵੇ ਤਾਂ ਪੁਰਸ਼ ਸਵਰਗਾਂ ਨੂੰ ਜਾਂਦਾ ਹੈ। ਸਤਿਗੁਰੂ ਜੀ ਦਾ ਇਹ ਉਪਦੇਸ਼ ਗ੍ਰਹਿਣ ਕਰਕੇ ਸਭ ਨੇ ਸ਼ਸਤਰ ਧਾਰਨ ਕਰ ਲਏ। ਇੱਕ ਵਾਰ ਪੱਛਮ ਦੇਸ਼ ਦੀ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਤੁਰਕ ਰਾਜ ਦਾ ਜ਼ੋਰ ਹੋਣ ਕਰਕੇ ਇਹ ਬੜੇ ਹੰਕਾਰੀ ਹੋ ਗਏ ਹਨ। ਅਸੀਂ ਕਿਸੇ ਨੂੰ ਕੁਝ ਨਹੀਂ ਆਖਦੇ, ਛੇੜਦੇ ਨਹੀਂ, ਪਰ ਫਿਰ ਵੀ ਸਾਨੂੰ ਵੇਖ ਕੇ ਬਿਨਾਂ ਕਿਸੇ ਕਾਰਨ ਦੇ ਹੀ ਤੰਗ ਕਰਦੇ ਹਨ। ਸਾਡੇ ਵਿੱਚੋਂ ਹੀ ਤੁਰਕਾਂ ਨੇ ਕਈ ਸਿੱਖ ਸ਼ਹੀਦ ਕਰ ਦਿੱਤੇ, ਕਈ ਫੱਟੜ ਹੋ ਕੇ ਵਾਪਸ ਘਰਾਂ ਨੂੰ ਮੁੜ ਗਏ ਹਨ। ਬਾਕੀ ਥੋੜੇ ਜਿਹੇ ਜੋ ਬਚੇ ਹਨ ਉਹ ਆਪ ਜੀ ਦੇ ਹਾਜ਼ਰ ਹੋ ਗਏ ਹਾਂ। ਤੁਹਾਡੀ ਕਾਰ ਭੇਟਾ ਉਹਨਾਂ ਨੇ ਖੋਹ ਲਈ ਹੈ। ਸਿੱਖਾਂ ਦੀ ਇਹ ਵਾਰਤਾ ਸੁਣ ਕੇ ਸਤਿਗੁਰੂ ਜੀ ਕੁਝ ਚਿਰ ਚੁੱਪ ਰਹੇ ਅਤੇ ਫਰਮਾਇਆ, ਤੁਸੀਂ ਕੋਈ ਚਿੰਤਾ ਨਾ ਕਰੋ, ਅਸੀਂ ਤੁਹਾਡੇ ਵਿੱਚ ਉਹ ਸ਼ਕਤੀ ਭਰ ਦਿਆਂਗੇ ਜਿਸ ਨਾਲ ਤੁਸੀਂ ਸਭ ਤੇ ਵਿਜੇ ਪਾਓਗੇ। ਤੁਹਾਡੇ ਸਾਹਮਣੇ ਕੋਈ ਅਟਕ ਨਹੀਂ ਸਕੇਗਾ। ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਨੇ ਅਤੇ ਕ੍ਰਿਸ਼ਨ ਜੀ ਨੇ ਆਪਣੇ ਵੈਰੀਆਂ ਨਾਲ ਸ਼ਸਤਰਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤਿਆ ਪਰ ਕਰਾਮਾਤ ਨਹੀਂ ਵਰਤੀ, ਇਸੇ ਤਰ੍ਹਾਂ ਅਸੀਂ ਵੀ ਕਰਾਮਾਤ ਦੀ ਸ਼ਕਤੀ ਵਰਤਣੀ ਠੀਕ ਨਹੀਂ ਸਮਝਦੇ। ਸ਼ਸਤਰਾਂ ਨਾਲ ਤੁਰਕਾਂ ਨੂੰ ਰਣ ਖੇਤ ਵਿੱਚ ਨਾਸ਼ ਕਰਾਂਗੇ। ਜੇ ਕਰਾਮਾਤ ਵਿਖਾਈਏ ਤਾਂ ਇੱਕ ਦਿਨ ਵਿੱਚ ਹੀ ਸਭ ਤੁਰਕਾਂ ਦਾ ਨਾਸ਼ ਕਰ ਦਈਏ ਅਤੇ ਜਰਵਾਣੇ ਹਿੰਦੂਆਂ ਨੂੰ ਆਪਣੇ ਅਧੀਨ ਕਰ ਲਈਏ, ਪਰ ਕਰਾਮਾਤ ਪ੍ਰਗਟ ਕਰਨ ਨਾਲ ਸਾਡਾ ਪ੍ਰਣ ਟੁੱਟ ਜਾਂਦਾ ਹੈ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕਨ ਕਹ ਆਵਤ ਲਾਜਾ। ਇਸ ਕਰਕੇ ਅਸਾਂ ਕਰਾਮਾਤ ਨਹੀਂ ਵਰਤਣੀ। ਭਗਉਤੀ ਦੀ ਸਹਾਇਤਾ ਨਾਲ ਜਗਤ ਵਿੱਚ ਖੜਗ ਯੁੱਧ ਕਰਕੇ ਸਭ ਦੋਖੀਆਂ ਦਾ ਨਾਸ਼ ਕਰਾਂਗਾ। ਆਪ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਿੱਖ ਸੰਗਤਾਂ ਬਹੁਤ ਪ੍ਰਸੰਨਤਾ ਸਹਿਤ ਆਗਿਆ ਲੈ ਕੇ ਘਰਾਂ ਨੂੰ ਵਿਦਾ ਹੋਈਆਂ। ਕਾਂਸ਼ੀ ਦੇ ਕੁਝ ਬ੍ਰਾਹਮਣ ਜਿਨ੍ਹਾਂ ਦਾ ਮੁਖੀ ਪੰਡਤ ਕੇਸ਼ੋਦਾਸ ਸੀ, ਜਵਾਲਾਮੁਖੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋਏ ਰਾਸਤੇ ਵਿੱਚ ਡੇਰਾ ਕਰਕੇ ਸਤਿਗੁਰੂ ਜੀ ਨੂੰ ਮਿਲੇ। ਕੁਝ ਚਰਚਾ ਸੰਵਾਦ ਉਪਰੰਤ ਆਪ ਜੀ ਨੇ ਕੇਸ਼ੋਦਾਸ ਨੂੰ ਆਖਿਆ ਕਿ ਸਾਰੇ ਪੰਡਤ ਸੰਗ ਨੇ ਤੁਹਾਡੀ ਉਪਮਾ ਕੀਤੀ ਹੈ ਕਿ ਤੁਸੀਂ ਦੇਵੀ ਨੂੰ ਪ੍ਰਗਟ ਕਰਨ ਦੀ ਮੰਤਰ ਆਦਿ ਵਿਧੀ ਜਾਣਦੇ ਹੋ। ਜੇ ਇਹ ਠੀਕ ਹੈ ਤਾਂ ਇਸ ਕਾਰਜ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇ ਉਹ ਸਾਨੂੰ ਦੱਸੋ, ਅਸੀਂ ਉਹ ਸਮੱਗਰੀ ਇਕੱਠੀ ਕਰ ਦਿੰਦੇ ਹਾਂ। ਦੇਵੀ ਪ੍ਰਗਟ ਕਰਕੇ ਅਸੀਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੁਰਕਾਂ ਦਾ ਰਾਜ ਤੇਜ ਨਾਸ ਕਰਨਾ ਚਾਹੁੰਦੇ ਹਾਂ। ਪੰਡਤ ਕੇਸ਼ੋਦਾਸ ਨੇ ਕਿਹਾ, ਗੁਰੂ ਜੀਓ, ਦੇਵੀ ਨੂੰ ਸਾਧਨਾ ਬੜਾ ਕਠਿਨ ਹੈ ਅਤੇ ਉਸ ਦੇ ਪ੍ਰਤੱਖ ਦਰਸ਼ਨ ਕਰਨ ਦਾ ਕਿਸੇ ਨੂੰ ਭੇਦ ਨਹੀਂ ਹੈ। ਇਸ ਕਾਰਜ ਵਾਸਤੇ ਲੱਖਾਂ ਰੁਪਏ ਚਾਹੀਦੇ ਹਨ। 1 ਲੱਖ ਆਹੂਤੀ ਦੇਣ ਵਾਸਤੇ ਹਜ਼ਾਰਾਂ ਮਣ ਘਿਓ ਚਾਹੀਦਾ ਹੈ। 1 ਲੱਖ ਰੁਪਇਆ ਹਵਨ ਕਰਾਉਣ ਵਾਲੇ ਪੰਡਤ ਦੀ ਭੇਟਾ ਵਾਸਤੇ ਚਾਹੀਦਾ ਹੈ। ਆਪਣੀਆਂ ਮਨ ਇੰਦਰੀਆਂ ਨੂੰ ਕਾਬੂ ਕਰਕੇ ਮਨ ਅਡੋਲ ਅਤੇ ਨਿਰਭੈ ਕਰਕੇ ਬ੍ਰਹਮਚਰਜ ਆਦਿ ਪਵਿੱਤਰ ਨੇਮ ਧਾਰਨ ਕਰਨੇ ਵੀ ਜ਼ਰੂਰੀ ਹਨ। ਪੰਡਤ ਦੀ ਗੱਲ ਸੁਣ ਕੇ ਪ੍ਰੋਹਤ ਦਇਆ ਰਾਮ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ ਨੂੰ ਧਨ ਦਾ ਕੋਈ ਘਾਟਾ ਨਹੀਂ ਹੈ। ਛਤਰੀਆਂ ਦੀ ਕੁੱਲ ਵਿੱਚੋਂ ਸ਼੍ਰੋਮਣੀ ਸੂਰਜ ਬੰਸੀ ਹਨ, ਬ੍ਰਹਮਚਰਜ ਦਾ ਆਪ ਜੀ ਸਰੂਪ ਹਨ। 4 ਵੀਰ ਪੈਦਾ ਕਰਨ ਵਾਲੇ ਕੇਵਲ 4 ਵਾਰ ਹੀ ਗ੍ਰਸਤ ਕੀਤਾ ਹੈ। ਮਨ ਇੰਦਰੀਆਂ ਉੱਤੇ ਇਹਨਾਂ ਦਾ ਪੂਰਨ ਹੁਕਮ ਹੈ। ਦੂਸਰੇ ਦਿਨ ਜਦ ਆਪ ਜੀ ਨੇ ਸੇਵਕਾਂ ਨੂੰ ਹੁਕਮ ਕਰਕੇ ਮੇਲੇ ਉੱਤੇ ਮਾਇਆ ਭੇਟਾ ਹੋਈ ਦੀ ਗਿਣਤੀ ਕਰਾਈ ਤਾਂ ਉਹ 9 ਲੱਖ ਹੋਈ। ਇਸ ਉਪਰੰਤ ਆਪ ਜੀ ਨੇ ਮਸੰਦਾਂ ਨੂੰ ਹੁਕਮ ਕਰ ਦਿੱਤਾ ਕਿ ਜਿਹੜੀ ਸੰਗਤ ਮੇਲੇ ਉੱਤੇ ਨਹੀਂ ਆ ਸਕੀ ਉਹਨਾਂ ਨੂੰ ਹੁਕਮਨਾਮੇ ਭੇਜ ਦਿਓ
ਕਿ ਆਪੋ ਆਪਣੀ ਕਾਰ ਭੇਟ ਸ਼ੀਘਰ ਹੀ ਭੇਜ ਦੇਣ। ਪੰਡਿਤ ਕੇਸ਼ਵਦਾਸ ਨੇ ਹਵਨ ਵਾਸਤੇ ਬਹੁਤ ਸਾਰੀ ਸਮੱਗਰੀ ਇਸ ਪ੍ਰਕਾਰ ਲਿਖਾਈ: ਘਿਓ, ਧੂਪ, ਜੌਂ, ਤਿਲ, ਚਾਵਲ, ਮੇਵਾ, ਖੰਡ, ਪਿਸਤਾ, ਗਿਰੀ, ਬਦਾਮ, ਸੁਪਾਰੀ, ਛੁਹਾਰਾ, ਦਾਖ ਅਤੇ ਚੰਦਨ ਆਦਿ ਹਰ ਪ੍ਰਕਾਰ ਦੀ ਸੁਗੰਧੀ ਅਤੇ 1.25 ਲੱਖ ਰੁਪਇਆ ਦੱਖਣਾ ਹਵਨ ਕਰਾਈ। ਕੇਸ਼ਵਦਾਸ ਨੇ ਕਿਹਾ, ਗੁਰੂ ਜੀਓ, ਇੱਕ ਮਨ ਹੋ ਕੇ ਮੰਤਰਾ ਪੜ੍ਹਨਾ, ਮਨ ਨੂੰ ਸੰਕਲਪਾਂ ਤੋਂ ਅਡੋਲ ਰੱਖਣਾ, ਤਨ ਮਨ ਕਰਕੇ ਸ਼ੁੱਧ ਰਹਿਣਾ ਅਤੇ ਬ੍ਰਹਮਚਰਜ ਧਾਰਨ ਕਰਨਾ, ਇਹ ਸਭ ਕੁਝ ਤੁਹਾਡੇ ਹੀ ਅਧੀਨ ਹੈ। ਮੈਂ ਤਾਂ ਕੇਵਲ ਵਿਧੀ ਪੂਰਵਕ ਸਾਰਾ ਕੰਮ ਕਰਾਉਣ ਦਾ ਜ਼ਿੰਮੇਵਾਰ ਹਾਂ। ਜਦ ਗੁਰੂ ਜੀ ਨੇ ਪੰਡਿਤ ਦੀ ਸਾਰੀ ਗੱਲ ਪ੍ਰਵਾਨ ਕਰ ਲਈ ਤਾਂ ਉਸਨੇ ਪੱਤਰੀ ਵੇਖ ਕੇ ਹਵਨ ਆਰੰਭ ਕਰਨ ਦਾ ਦਿਨ ਵੀਰਵਾਰ ਵਿਸਾਖ ਦੀ ਪੂਰਨਮਾਸੀ ਮੁੱਖ ਨਛੱਤਰ ਨੂੰ ਬੜਾ ਸ਼ੁਭ ਦੱਸ ਕੇ ਬੇਨਤੀ ਕੀਤੀ ਕਿ ਇਸ ਤੋਂ ਪਹਿਲਾਂ ਕੋਈ ਚੰਗਾ ਥਾਂ ਵੇਖ ਕੇ ਸਾਰੀ ਸਮੱਗਰੀ ਵੀ ਉੱਥੇ ਪਹੁੰਚਾ ਦਿਓ। ਸਤਿਗੁਰੂ ਜੀ ਨੇ ਕੇਸ਼ਵਦਾਸ ਨੂੰ ਦੱਸਿਆ ਕਿ ਇੱਥੋਂ 5-6 ਮੀਲ ਦੂਰ ਇੱਕ ਨੈਣੇ ਗੁੱਜਰ ਦਾ ਟਿੱਲਾ ਹੈ, ਜਿਸ ਦੇ ਸਬੰਧ ਵਿੱਚ ਇਹ ਵਾਰਤਾ ਪ੍ਰਚਲਿਤ ਹੈ ਕਿ ਇਹ ਚੰਡੀ ਦਾ ਸਥਾਨ ਹੈ। ਇਹ ਅਸਥਾਨ ਇਸ ਤਰ੍ਹਾਂ ਪ੍ਰਸਿੱਧ ਹੋਇਆ ਸੀ ਕਿ ਇਸ ਟਿੱਲੇ ਉੱਤੇ ਇੱਕ ਨੈਣੇ ਗੁੱਜਰ ਦੀ ਇੱਕ ਗਊ ਜਦ ਚੁਗਣ ਜਾਂਦੀ ਸੀ ਤਾਂ ਉਸ ਦਾ ਦੁੱਧ ਥਣਾ ਵਿੱਚੋਂ ਇੱਥੇ ਹੀ ਧਰਤੀ ਉੱਤੇ ਚੋ ਪੈਂਦਾ ਸੀ। ਜਦ ਇਸ ਗੱਲ ਦਾ ਨੈਣੇ ਨੂੰ ਪਤਾ ਲੱਗਾ ਤਾਂ ਉਸਨੇ ਇਸ ਥਾਂ ਨੂੰ ਚੰਡੀ ਦਾ ਸਥਾਨ ਸਮਝ ਕੇ ਪੂਜਣਾ ਆਰੰਭ ਕਰ ਦਿੱਤਾ, ਜਿਸ ਨੂੰ ਵੇਖ ਕੇ ਹੋਰ ਲੋਕ ਵੀ ਇਸ ਦੀ ਮਾਨਤਾ ਕਰਨ ਲੱਗ ਪਏ। ਇਹ ਪ੍ਰਸੰਗ ਸੁਣ ਕੇ ਕੇਸ਼ਵਦਾਸ ਨੇ ਕਿਹਾ, ਇਹ ਅਸਥਾਨ ਠੀਕ ਹੈ, ਇੱਥੇ ਹੀ ਸਾਰੀ ਸਮੱਗਰੀ ਪਹੁੰਚਾ ਦਿਓ। ਗੁਰੂ ਜੀ ਨੇ ਸੇਵਕਾਂ ਨੂੰ ਹੁਕਮ ਦੇ ਕੇ ਸਾਰੀ ਸਮੱਗਰੀ ਰੱਖਣ ਵਾਸਤੇ ਇੱਕ ਮੰਦਿਰ ਤਿਆਰ ਕਰਵਾ ਕੇ ਉਸ ਵਿੱਚ ਸਭ ਸਮਾਨ ਰਖਵਾ ਦਿੱਤਾ। ਇਸ ਅਸਥਾਨ ਦਾ ਨਾਮ ਨੈਣੇ ਗੁੱਜਰ ਵੱਲੋਂ ਦੇਵੀ ਅਸਥਾਨ ਪ੍ਰਸਿੱਧ ਕਰਨ ਕਰਕੇ ਨੈਣਾ ਦੇਵੀ, ਉਹ ਦੇਵੀ ਜਿਹੜੀ ਨੈਣੇ ਨੇ ਪ੍ਰਸਿੱਧ ਕੀਤੀ, ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਹੀ ਅੰਮ੍ਰਿਤਸਰ ਵਿੱਚ ਸੰਤੋਖਸਰ ਸਰੋਵਰ ਪਾਸ ਇੱਕ ਲੌਂਗਾਂ ਵਾਲੀ ਦੇਵੀ ਪ੍ਰਸਿੱਧ ਹੈ। ਇਸ ਦੀ ਬਾਬਤ ਸੰਗਤ ਵਾਲੇ ਅਖਾੜੇ ਦੇ ਮਹੰਤਾਂ ਨੇ ਲਿਖਿਆ ਹੈ ਕਿ ਇਹਨਾਂ ਦੇ ਇੱਕ ਬਜ਼ੁਰਗ ਮਹਾਤਮਾ ਲੌਂਗ ਦਾਸ ਜੀ ਨੇ ਇਸ ਸਥਾਨ ਤੇ ਬੈਠ ਕੇ ਦੇਵੀ ਦਾ ਆਰਾਧਨ ਕੀਤਾ ਸੀ, ਜਿਨ੍ਹਾਂ ਦੇ ਨਾਮ ਪਿੱਛੇ ਇਸ ਦਾ ਨਾਮ ਲੌਂਗਾਂ ਵਾਲੀ ਦੇਵੀ ਪ੍ਰਚਲਿਤ ਹੋਇਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਐਸੇ ਸਥਾਨ ਹਨ ਜਿਹੜੇ ਉਹਨਾਂ ਨੂੰ ਪ੍ਰਗਟ ਕਰਨ ਵਾਲਿਆਂ ਦੇ ਨਾਮ ਨਾਲ ਹੀ ਪ੍ਰਸਿੱਧ ਹਨ। ਸੰਗਤ ਜੀ, ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ, ਇੰਤਜ਼ਾਰ ਕਰਿਓ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।